ਦਿੱਲੀ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਪ੍ਰਦੂਸ਼ਣ ਨੇ ਬੰਦ ਕਰਵਾਏ ਸਕੂਲ। ਦਿੱਲੀ ਤੋਂ ਲੱਗਦੇ 4 ਜ਼ਿਲ੍ਹਿਆਂ ਦੇ ਵਿੱਚ 17 ਨਵੰਬਰ ਤੱਕ ਬੱਚਿਆਂ ਦੀ ਛੁੱਟੀ। ਪਰਾਲੀ ਸਣੇ ਕੂੜਾ ਸਾੜਨ ਤੇ ਵੀ ਰੋਕ। ਤਾਰਪੁਰ ਲਾਂਘੇ ਦਾ ਮੁੱਦਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ ਖੋਲਣ ਦੀ ਕੀਤੀ ਅਪੀਲ। ਕਰੋਨਾ ਕਰਕੇ ਪਿਛਲੇ ਸਾਲ ਮਾਰਚ ਤੋਂ ਬੰਦ ਹੈ ਲਾਂਘਾ। दो 2022 ਦੀਆਂ ਚੋਣਾਂ ਦੇ ਲਈ ਤਿਆਰੀ ਖਿੱਚ ਰਹੀ ਬੀਜੇਪੀ। ਜੇਪੀ ਨੱਡਾ ਨਾਲ ਪੰਜਾਬ ਬੀਜੇਪੀ ਦੇ ਵਫਦ ਨੇ ਕੀਤੀ ਮੁਲਾਕਾਤ। ਚੁਣਾਵੀ ਰਣਨੀਤੀ ਤੇ ਵੀ ਕੀਤੀ ਚਰਚਾ। ਪੰਜਾਬ ਕਾਂਗਰਸ ਦੇ ਵਿੱਚ ਵਧੀ ਹਲਚਲ। ਪਟਿਆਲਾ ਦੇ ਮੇਅਰ ਸਣੇ ਸਾਂਸਦ ਪ੍ਰਨੀਤ ਕੌਰ ਨੇ ਸੀਐਮ ਚੰਨੀ ਨਾਲ ਕੀਤੀ ਮੁਲਾਕਾਤ। ਮੇਅਰ ਨੇ ਕੈਪਟਨ ਦੇ ਨਾਲ ਜਾਣ ਦੇ ਸਵਾਲ ਤੋਂ ਵੱਟਿਆ ਟਾਲਾ। ਕੁਝ ਦਿਨ ਪਹਿਲਾਂ ਕੈਪਟਨ ਦੇ ਹੱਕ ਦੇ ਵਿੱਚ ਲਗਾਏ ਸਨ ਨਾਅਰੇ। ਪੰਜਾਬ ਦੀ ਸਿਆਸਤ ਵਿੱਚ ਪਰਿਵਾਰ ਜ਼ਰੀਏ ਸੋਨੂ ਸੂਦ ਦੀ ਐਂਟਰੀ। ਮੋਗਾ ਤੋਂ ਚੋਣ ਲੜੇਗੀ ਸੋਨੂ ਸੂਦ ਦੀ ਭੈਣ। ਖੁਦ ਚੋਣ ਲੜਨ ਬਾਰੇ ਨਹੀਂ ਖੋਲੇ ਪੱਤੇ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੈ ਕੇ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਦਾ ਵੱਡਾ ਦਾਅਵਾ। ਕਿਹਾ 10 ਚੋਂ 4 ਉਮੀਦਵਾਰ ਮਾਰ ਰਹੇ ਕਾਂਗਰਸ ਦੇ ਗੇੜੇ। ਆਮ ਆਦਮੀ ਪਾਰਟੀ ਨੇ ਮੌਜੂਦਾ ਵਿਧਾਇਕਾਂ ਨੂੰ ਦਿੱਤੀ ਹੈ ਟਿਕਟ। ਹਲਕਾ ਗਿੱਲ ਦੀ ਚੋਣ ਰੈਲੀ ਦੇ ਵਿੱਚ ਕਾਂਗਰਸ ਤੇ ਵਰੇ ਸੁਖਬੀਰ ਬਾਦਲ। ਵਿਧਾਇਕ ਕੁਲਦੀਪ ਵੈਦ ਦੇ ਉੱਤੇ ਲਗਾਏ ਠੱਗੀਆਂ ਦੇ ਇਲਜ਼ਾਮ। ਕਿਹਾ ਸਰਕਾਰ ਆਈ ਤਾਂ ਇੱਕ ਦਿਨ ਵੀ ਨਹੀਂ ਰਹੇਗਾ ਜੇਲ੍ਹ ਤੋਂ ਬਾਹਰ। ਕਾਂਗਰਸੀ ਸਰਪੰਚਾਂ ਦੀ ਵੀ ਕਰਾਂਗੇ ਜਾਂਚ। ਤੇ ਡੀਏਪੀ ਸੰਕਟ ਦੇ ਲਈ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਨੇ ਕੇਂਦਰ ਨੂੰ ਦੱਸਿਆ ਜ਼ਿੰਮੇਵਾਰ। ਨਿਊਜ਼ 18 ਤੇ ਬੋਲੇ ਖਾਦ ਦੀ ਵੰਡ ਨੂੰ ਲੈ ਕੇ ਪੰਜਾਬ ਨਾਲ ਕੀਤਾ ਗਿਆ ਵਿਤਕਰਾ। ਬਾਕੀ ਸੂਬਿਆਂ ਦੇ ਮੁਕਾਬਲੇ ਘੱਟ ਹੋਈ ਹੈ ਪੰਜਾਬ ਲਈ ਸਪਲਾਈ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਪ੍ਰਦੂਸ਼ਣ ਦੀ ਸਮੱਸਿਆ ਦੀ। ਪ੍ਰਦੂਸ਼ਣ ਦੀ ਸਮੱਸਿਆ ਨੇ ਦਿੱਲੀ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਦਿੱਤੇ ਨੇ ਤਾਂ ਉਸ ਦਾ ਅਸਰ ਹਰਿਆਣਾ ਦੇ ਉੱਤੇ ਵੀ ਨਜ਼ਰ ਆ ਰਿਹਾ ਹੈ। ਹੁਣ ਹਵਾ ਦੇ ਪ੍ਰਦੂਸ਼ਣ ਨੇ ਹਰਿਆਣਾ ਦੇ ਸਕੂਲ ਵੀ ਬੰਦ ਕਰਵਾ ਦਿੱਤੇ ਨੇ। ਦਿੱਲੀ ਦੇ ਨਾਲ ਲੱਗਦੇ 4 ਜ਼ਿਲ੍ਹਿਆਂ ਦੇ ਸਕੂਲਾਂ ਨੂੰ ਬੰਦ ਕਰਨ ਦਾ ਹਰਿਆਣਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਵੱਧਦੇ ਪ੍ਰਦੂਸ਼ਣ ਦਾ ਹਵਾਲਾ ਦਿੱਤਾ ਹੈ। 17 ਨਵੰਬਰ ਤੱਕ ਸਕੂਲ ਬੰਦ ਰਹਿਣਗੇ। 4 ਜ਼ਿਲ੍ਹਿਆਂ ਦੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ। ਇਹਨਾਂ 4 ਜ਼ਿਲ੍ਹਿਆਂ ਦੇ ਵਿੱਚ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਤੇ ਝੱਜਰ ਆਉਂਦੇ ਨੇ ਜਿੱਥੇ ਸਕੂਲ ਬੰਦ ਰਹਿਣਗੇ। ਇਸ ਦੇ ਨਾਲ ਪਰਾਲੀ ਤੇ ਕੂੜਾ ਸਾੜਨ ਦੇ ਉੱਤੇ ਵੀ ਰੋਕ ਲਗਾਈ ਗਈ ਹੈ। ਸਾਰੇ ਤਰ੍ਹਾਂ ਦੇ ਉਸਾਰੀ ਕਾਰਜਾਂ ਦੇ ਉੱਤੇ ਵੀ ਬੈਨ ਰਹੇਗਾ। ਅਗਲੇ 4 ਦਿਨ ਕਰੀਬ ਦਾ ਜਿਹੜਾ ਇਹ ਫੈਸਲਾ ਲਿਆ ਗਿਆ 15, 16, 17 3 ਦਿਨ ਦੇ ਲਈ ਇਹ ਫੈਸਲਾ ਲਿਆ ਗਿਆ। ਬੁੱਧਵਾਰ ਤੱਕ ਦੇ ਲਈ ਫਿਲਹਾਲ ਫੈਸਲਾ ਹੈ। ਸੋਮ, ਮੰਗਲ, ਬੁੱਧ 3 ਦਿਨ ਸਕੂਲ ਬੰਦ ਰਹਿਣਗੇ। ਦਿੱਲੀ ਦੇ ਸਕੂਲ 1 ਹਫ਼ਤੇ ਦੇ ਲਈ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਨੇ। ਉੱਥੇ ਉਸਾਰੀ ਦਾ ਕੰਸਟਰਕਸ਼ਨ ਦਾ ਕੰਮ 17 ਤਰੀਕ ਤੱਕ ਲਈ ਬੈਨ ਕਰ ਦਿੱਤਾ ਗਿਆ ਹੈ ਸੁਪਰੀਮ ਕੋਰਟ ਦੀ ਤਲਖ ਟਿੱਪਣੀਆਂ ਤੋਂ ਬਾਅਦ। ਤੇ ਉਸ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਵੀ ਫੈਸਲਾ ਲਿਆ ਕਿਉਂਕਿ ਜਿਹੜਾ ਪ੍ਰਦੂਸ਼ਣ ਦੀ ਸਮੱਸਿਆ ਸਿਰਫ ਦਿੱਲੀ ਤੱਕ ਨਹੀਂ ਬਲਕਿ ਹਰਿਆਣਾ ਦੇ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਸਮੱਸਿਆ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ। ਤੇ ਤੁਹਾਨੂੰ ਦੱਸਦੇ ਹਾਂ ਕਿ ਆਖਰ ਅਜਿਹੇ ਹਾਲਾਤ ਕਿਉਂ ਬਣੇ ਨੇ, ਕਿਉਂ ਸਕੂਲ ਬੰਦ ਕਰਨ ਦਾ ਫੈਸਲਾ ਲੈਣਾ ਪਿਆ ਹੈ। 에ਅਰ ਕੁਆਲਿਟੀ ਇੰਡੈਕਸ ਇਹ ਇੱਕ ਪ੍ਰਦੂਸ਼ਣ ਨੂੰ ਮਾਪਣ ਦਾ ਪੈਮਾਨਾ ਹੁੰਦਾ ਹੈ ਤੇ ਜੋ 에ਅਰ ਕੁਆਲਿਟੀ ਇੰਡੈਕਸ ਕਹਿ ਰਿਹਾ ਹੈ ਤੇ ਉਸ ਦੇ ਮੁਤਾਬਿਕ ਇਸ ਸਮੇਂ ਸਥਿਤੀ ਬਹੁਤ ਚਿੰਤਾਜਨਕ ਹੈ। ਸਿਰਫ 150 ਤੋਂ ਹੇਠਾਂ ਹੋਵੇ 에ਅਰ ਕੁਆਲਿਟੀ ਇੰਡੈਕਸ ਤਾਂ ਹੀ ਚੰਗਾ ਗਿਣਿਆ ਜਾਂਦਾ ਹੈ। ਇੱਕ ਮੈਪ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇੱਕ ਗ੍ਰਾਫ ਦੇ ਜ਼ਰੀਏ ਕਿ ਆਖਿਰ ਕਿਸ ਤਰੀਕੇ ਨਾਲ ਇਸ ਸਮੇਂ ਸਮਝਿਆ ਜਾਵੇ। ਤਾਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਜਿਹੜਾ ਇਸ ਸਮੇਂ 410 ਪਹੁੰਚਿਆ ਹੋਇਆ 에ਅਰ ਕੁਆਲਿਟੀ ਇੰਡੈਕਸ ਹੈ। ਫਰੀਦਾਬਾਦ ਦੇ ਵਿੱਚ 366 ਤੱਕ ਪਹੁੰਚਿਆ ਹੋਇਆ। ਜਿਹੜੇ 4 ਜ਼ਿਲ੍ਹਿਆਂ ਦੇ ਵਿੱਚ ਸਕੂਲ ਬੰਦ ਕੀਤੇ ਗਏ ਨੇ ਉੱਥੇ ਕੀ ਸਥਿਤੀ ਆ ਉਹ ਤੁਹਾਨੂੰ ਦੱਸ ਰਹੇ ਹਾਂ। ਦਿੱਲੀ ਦੇ ਵਿੱਚ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ ਕਿਉਂਕਿ 410 ਤੱਕ ਇਹ ਪਹੁੰਚਿਆ ਹੋਇਆ 에ਅਰ ਕੁਆਲਿਟੀ ਇੰਡੈਕਸ। 에ਅਰ ਕੁਆਲਿਟੀ ਇੰਡੈਕਸ ਦਾ ਮਤਲਬ ਸਿੱਧਾ ਜਾਏ ਜਿੰਨਾ ਜ਼ਿਆਦਾ ਹੋਏਗਾ ਉਨਾ ਜ਼ਿਆਦਾ ਪ੍ਰਦੂਸ਼ਣ ਹੈ ਸ਼ਹਿਰ ਦੇ ਵਿੱਚ। ਤਾਂ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਤੁਹਾਨੂੰ ਦੱਸ ਰਹੇ ਹਾਂ 410। ਮੈਂ ਅਗਲਾ ਤੁਹਾਨੂੰ ਦਿਖਾਵਾਂਗਾ ਸੋਨੀਪਤ, ਗੁਰੂਗ੍ਰਾਮ, ਝੱਜਰ ਅਤੇ ਫਰੀਦਾਬਾਦ ਦਾ ਕਿ ਉੱਥੇ ਕੀ ਕੁਝ ਸਥਿਤੀ ਹੈ। ਫਰੀਦਾਬਾਦ ਦੇ ਵਿੱਚ 366 ਹੈ 에ਅਰ ਕੁਆਲਿਟੀ ਇੰਡੈਕਸ। ਉੱਥੇ ਵੀ ਮੀਡੀਅਮ ਤੁਸੀਂ ਸਥਿਤੀ ਚਿੰਤਾਜਨਕ ਕਹਿ ਸਕਦੇ ਹੋ। ਉਸ ਤੋਂ ਬਾਅਦ ਸੋਨੀਪਤ ਦਾ ਅਸੀਂ ਜ਼ਿਕਰ ਕਰਾਂਗੇ 291। ਉੱਥੇ ਸਥਿਤੀ ਥੋੜੀ ਸੰਤੋਸ਼ਜਨਕ ਹੋ ਸਕਦੀ ਹੈ, ਕਹੀ ਜਾ ਸਕਦੀ ਹੈ। ਤਾਂ ਪ੍ਰਦੂਸ਼ਣ ਦਾ ਮੀਟਰ ਕੀ ਕਹਿੰਦਾ ਉਹ ਤੁਹਾਨੂੰ ਦਿਖਾ ਰਹੇ ਹਾਂ। ਉਸ ਤੋਂ ਬਾਅਦ ਗੁਰੂਗ੍ਰਾਮ ਦਾ ਜ਼ਿਕਰ ਕਰੀਏ, ਬਿਲਕੁਲ ਦਿੱਲੀ ਦੇ ਨਾਲ ਲੱਗਦਾ ਇਲਾਕਾ
ਸਾਈਬਰ ਸਿਟੀ ਕਿਹਾ ਜਾਂਦਾ ਹੈ, ਜ਼ਬਰਦਸਤ ਉੱਥੇ ਵੀ ਟ੍ਰੈਫਿਕ ਹੁੰਦਾ ਹੈ। 316 ਗੁਰੂਗ੍ਰਾਮ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਤੇ ਝੱਜਰ ਦੇ ਵਿੱਚ 309 에ਅਰ ਕੁਆਲਿਟੀ ਇੰਡੈਕਸ। ਤਾਂ ਵੱਡਾ ਫੈਸਲਾ ਲਿਆ ਗਿਆ ਹਰਿਆਣਾ ਸਰਕਾਰ ਦੇ ਵੱਲੋਂ, 4 ਜ਼ਿਲ੍ਹਿਆਂ ਦੇ ਸਕੂਲ ਬੰਦ ਕੀਤੇ गए ਨੇ। ਸਿੱਧਾ रुख ਕਰਦੇ हैं, ਸਾਡੇ सहयोगी इस समय ਸਾਡੇ ਨਾਲ जुड़ रहे हैं, अंकित दुधानी। अंकित, जानना चाहेंगे आपसे क्या कुछ डिसीजन लिया गया है और केवल स्कूलों के ऊपर ही यह फैसला लागू होगा या कुछ और भी ऐसे संस्थान हैं जिनको लेकर सरकार ने फैसला किया? क्योंकि दिल्ली में सरकारी दफ्तरों में काम नहीं होगा, वर्क फ्रॉम होम भेज दिया गया है जो सरकारी कर्मचारी हैं उनको। हरियाणा को लेकर क्या जानकारी? बिल्कुल बिल्कुल गौरव, हरियाणा में भी पूरा फैसला लिया गया है। जहां स्कूल बंद किए गए हैं 17 नवंबर तक, वहीं जो सरकारी दफ्तर है, प्राइवेट दफ्तर है, उन सबको कहा गया है कि 17 नवंबर तक वर्क फ्रॉम होम हरियाणा में भी रहेगा। ये 4 जिलों के अंदर, वो फरीदाबाद, गुरुग्राम, सोनीपत और झज्जर, और जो भी निर्माणाधीन कार्य हैं उन सब पर पूरी तरह से रोक रहेगी। जो भट्टे चलते हैं उनके ऊपर पूरी तरह से रोक रहेगी। जो नगर निगम का कूड़ा जलाने का जो काम है वो पूरी तरह से रोक रहेगी उसके ऊपर, और जो सफाई का, जो सड़कों पर मैनुअल सफाई की जाती है उससे भी कहीं ना कहीं धूल उड़ती है, तो उसके ऊपर भी बैन रहेगा। और जो डिप्टी कमिश्नर्स है उनको सख्त आदेश दिए गए हैं हरियाणा सरकार की ओर से, चीफ सेक्रेटरी की ओर से, कि टीमें बनाई जाएं और टीमें बना करके छापेमारी की जाए। और जो 10 से 15 साल पुरानी जो गाड़ियां हैं, 10 साल से पुरानी जो गाड़ियां हैं, पेट्रोल की है या डीजल की है, वो भी अगर वहां उनकी भी चेकिंग की जाएगी, और अगर वो पाई गई तो इन 4 जिलों के अंदर इस दौरान, तो उसको भी कहीं ना कहीं इंपाउंड किया जाएगा, तो उनके ऊपर भी कहीं ना कहीं बैन रहेगा। तो पूरी तरह से सख्ती लागू की गई है। और जो पराली है उसको ऊपर इन 4 जिलों में अभी विशेषकर पूरी तरह से बैन रहेगा, और कोई भी अगर ऐसा केस सामने आता है तो उसके ऊपर फाइन भी होगा और जुर्माना भी होगा, फाइन होगा और सजा भी होगी। तो कहीं ना कहीं पूरी तरह से, जहां दिल्ली के लिए सुप्रीम कोर्ट की ओर से गंभीर बातें कही गई थी और पूरी तरह से दिल्ली ने जिस तरह से काबू किया है और रोक लगाई है, उसी तरह से हरियाणा के जो 4 जिले हैं जो दिल्ली के साथ लगते हैं, गुरुग्राम, फरीदाबाद, सोनीपत और झज्जर, उनमें भी पूरी तरह से रोक रहेगी। अभी ये रोक 17 नवंबर तक रहेगी, उसके बाद रिव्यू किया जाएगा कि ये जो इंडेक्स है इसमें कुछ नीचे आता है क्या। अगर नीचे आता है तो बाद में क्या सरकार निर्णय लेती है वो अभी देखना होगा। जी ठीक है अंकित, शुक्रिया, धन्यवाद हमारे साथ जुड़ने के लिए, इस पूरी बातचीत के लिए। हरियाणा ਦੇ ਵਿੱਚ ਸਕੂਲ ਬੰਦ ਕੀਤੇ ਗਏ ਨੇ। ਸਕੂਲ ਬੰਦ ਕਰਨ ਦੀ ਵਜ੍ਹਾ ਹੈ ਪ੍ਰਦੂਸ਼ਣ, ਹਵਾ ਦਾ ਪ੍ਰਦੂਸ਼ਣ। ਕਿਉਂਕਿ ਪਿਛਲੇ 1.5 ਸਾਲ ਤੋਂ ਜਦੋਂ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਹੁੰਦਾ ਤਾਂ ਸਭ ਤੋਂ ਪਹਿਲਾਂ ਸਟ੍ਰਾਈਕ ਦਿਮਾਗ ਦੇ ਵਿੱਚ ਹੁੰਦਾ ਕਿ ਕਰੋਨਾ ਦੀ ਵਜ੍ਹਾ ਨਾਲ ਤਾਂ ਨਹੀਂ ਹੋ ਰਿਹਾ। ਜੀ ਨਹੀਂ, ਜਿਹੜੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਹਵਾ ਦੇ ਪ੍ਰਦੂਸ਼ਣ ਦੀ ਵਜ੍ਹਾ ਨਾਲ ਲਿਆ ਗਿਆ, ਕਿਉਂਕਿ 에ਅਰ ਕੁਆਲਿਟੀ ਇੰਡੈਕਸ ਦਿੱਲੀ ਤੇ ਨਾਲ ਦੇ ਜਿਹੜੇ ਉੱਥੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਖੂਬ ਅਸਰ ਨਜ਼ਰ ਆ ਰਿਹਾ ਹੈ। ਤੇ 4 ਜ਼ਿਲ੍ਹਿਆਂ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਕੂਲ ਬੰਦ ਕੀਤੇ ਗਏ ਨੇ। ਕੁਝ ਜਿਹੜੇ ਅਦਾਰੇ ਨੇ ਉਹਨਾਂ ਨੂੰ ਲੈ ਕੇ ਵੀ ਫੈਸਲਾ ਦਿੱਲੀ ਸਰਕਾਰ ਦੀ ਤਰ੍ਹਾਂ ਹੀ ਹਰਿਆਣਾ ਸਰਕਾਰ ਨੇ ਵੀ ਇਹ ਲਏ ਨੇ। ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ फरीदाबाद। अनिल राठी ਸਾਡੇ सहयोगी इस समय फरीदाबाद तो ਸਾਡੇ ਨਾਲ जुड़ रहे हैं। अनिल, बताइए क्या कुछ आपके पास जानकारी इस समय जो हरियाणा सरकार की तरफ से फैसला लिया गया है फरीदाबाद को लेकर भी, और स्थिति इस समय फरीदाबाद में पॉल्यूशन की कैसी है? क्या वाकई बहुत स्थिति गंभीर हो रखी है? क्या कुछ जानकारी आपके पास? देखिए, बता दें लगातार, जी गौरव, बिल्कुल बता दें लगातार जिस तरीके से AQI जो एयर क्वालिटी इंडेक्स है फरीदाबाद का वो काफी गिर रहा था, और बात करी जाए आज की लगभग 350 के आसपास जो है वो एयर क्वालिटी इंडेक्स दर्ज किया गया, जिसके बावजूद जो है वो कहीं ना कहीं जिला प्रशासन सख्त मूड में था। चाहे बात कर जाए कैबिनेट मंत्री या फिर जो है वो राज्य मंत्री, तमाम मंत्रियों ने तमाम आला अधिकारियों की जो है वो इस पूरे मामले को लेकर के बैठक ली गौरव, और इसके बावजूद जो है वो फिलहाल सख्त निर्देश जो है वो दिए गए हैं। लगभग 4 जिले जो है वो इसमें पूरे तरीके से, जिस तरीके से दिल्ली सरकार जो है वो पूरे एक्शन मूड में दिखी, दिल्ली सरकार ने जो है वो सख्त कदम उठा करके तमाम सरकारी कार्यालय, तमाम सरकारी स्कूल जो है वो और निजी स्कूल वो सभी बंद कर दिए। लेकिन फिलहाल जिला प्रशासन यानी कि हरियाणा सरकार की तरफ से जो दिशा निर्देश दिए गए हैं उसमें गौरव देखिए बता दें कि लगभग जो है वो सरकारी और निजी स्कूल तमाम सभी को जो है वो 17 तारीख तक के लिए बंद कर दिया गया, क्योंकि सबसे ज्यादा अगर प्रभाव इस पॉल्यूशन के लेकर के पड़ता है तो गौरव देखिए उन बच्चों पर और बुजुर्ग महिला और औरतों पर पड़ता है। तो इसको लेकर के सरकार कोई भी ढिलाई नहीं बरतना चाह रही, और इसी को लेकर के सरकार ने ये सख्त निर्देश दिया है।
फिलहाल ये 17 तारीख तक जो है वो ये आदेश लागू रहेगा। और यदि इसके बावजूद भी जो एयर क्वालिटी इंडेक्स में कोई सुधार नहीं होता तो ये आगे जो है वो और बढ़ाया जा सकता है। आगे इसका जो है वो सरकार सख्त कदम उठा सकती है। और इसके साथ साथ यदि बात करी जाए गौरव, देखिए कुछ और भी इसके साथ सख्त कदम, यानी कि जिस तरीके से मैं बता रहा था कि हाईवे की निर्माण जो है वो काफ़ी जोर शोर से चल रहा है गौरव, तो उसको लेकर के काफ़ी सख्त कदम जो है वो जिला प्रशासन उठाने के मूड में दिखाई दे रहा है गौरव। शुक्रिया, धन्यवाद हमारे साथ अनिल जुड़ने के लिए, इस पूरी बातचीत के लिए। फरीदाबाद की स्थिति असं ਤੁਹਾਨੂੰ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਉੱਥੇ ਪ੍ਰਦੂਸ਼ਣ ਹੈ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇੱਕ ਵਾਰ ਫਿਰ ਤੋਂ ਅਸੀਂ ਆਪਣੇ ਦਰਸ਼ਕਾਂ ਨੂੰ ਅਪਡੇਟ ਕਰ ਰਹੇ ਹਾਂ। ਇਸ ਪੂਰੇ ਮਾਮਲੇ ਦੇ ਵਿੱਚ ਦਿੱਲੀ ਸਰਕਾਰ ਨੇ 1 ਹਫ਼ਤੇ ਦੇ ਲਈ ਸਕੂਲ ਬੰਦ ਕੀਤੇ ਨੇ, ਪਰ ਹੁਣ ਹਰਿਆਣਾ ਦੇ ਵਿੱਚ ਵੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਵੱਧਦੇ ਪ੍ਰਦੂਸ਼ਣ ਦੀ ਵਜ੍ਹਾ ਦੇ ਨਾਲ। ਇਹ ਵੀ ਤੁਹਾਨੂੰ ਦੱਸ ਦਈਏ ਕਿ 17 ਤਰੀਕ ਤੱਕ ਸਕੂਲ ਲਿਆ ਗਿਆ ਹਰਿਆਣਾ ਦੇ 4 ਜ਼ਿਲ੍ਹਿਆਂ 'ਚ, ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਤੇ ਝੱਜਰ ਦੇ ਵਿੱਚ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਐਮਪੀ ਪ੍ਰਨੀਤ ਕੌਰ ਦੇ ਵਿਚਾਲੇ ਹੋਈ ਮੁਲਾਕਾਤ ਦੀ। ਜੀ ਮੁੱਖ ਮੰਤਰੀ ਚੰਨੀ ਨੂੰ ਮਿਲੇ ਨੇ ਪ੍ਰਨੀਤ ਕੌਰ, ਕਰੀਬ ਅੱਧਾ ਘੰਟਾ ਮੁਲਾਕਾਤ ਚੱਲੀ ਹੈ। ਸੀਐਮ ਹਾਊਸ ਦੇ ਉੱਤੇ ਇਹ ਮੁਲਾਕਾਤ ਹੋਈ ਹੈ। ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਮੁਲਾਕਾਤ ਹੋਈ। ਖਾਸ ਇਹ ਵੀ ਹੈ ਕਿ ਪਟਿਆਲਾ ਦੇ ਮੇਅਰ ਵੀ ਉਹਨਾਂ ਦੇ ਨਾਲ ਮੌਜੂਦ ਸਨ। ਸੀਐਮ ਚੰਨੀ ਦੇ ਨਾਲ ਮੁਲਾਕਾਤ ਤੋਂ ਬਾਅਦ ਮੇਅਰ ਬਿੱਟੂ ਦਾ ਬਿਆਨ ਵੀ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਪਟਿਆਲਾ ਦੀ ਡਿਵੈਲਪਮੈਂਟ ਦੇ ਮੁੱਦੇ ਦੇ ਉੱਤੇ ਮੁੱਖ ਮੰਤਰੀ ਦੇ ਨਾਲ ਅਸੀਂ ਗੱਲ ਕਰਨ ਪਹੁੰਚੇ ਸਨ। ਮੇਅਰ ਦੀ ਕੁਰਸੀ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਣ ਦੇ ਸਵਾਲ ਦੇ ਉੱਤੇ ਜ਼ਰੂਰ ਪਟਿਆਲਾ ਦੇ ਮੇਅਰ ਟਾਲਾ ਵੱਟ ਗਏ। ਦਰਅਸਲ ਪਟਿਆਲਾ ਦੇ ਮੇਅਰ ਦਾ ਇੱਕ ਜਿਹੜਾ ਵੀਡੀਓ ਵਾਇਰਲ ਹੋਇਆ ਸੀ ਤੇ ਜਿਹੜੇ ਉੱਥੇ ਬੋਰਡ ਲੱਗੇ ਸਨ ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਸੀ, ਤਾਂ ਉਸ ਨੂੰ ਲੈ ਕੇ ਜ਼ਰੂਰ ਸਵਾਲ ਉੱਠ ਰਹੇ ਸਨ। ਤੇ ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਮੁਲਾਕਾਤ ਕਰੀਬ ਅੱਧਾ ਘੰਟਾ ਹੋਈ ਹੈ। ਮੇਅਰ ਤੇ ਐਮਸੀ ਨਾਲ ਸੀ। ਪ੍ਰਨੀਤ ਕੌਰ ਨੇ ਮੁਲਾਕਾਤ ਕੀਤੀ। ਜ਼ਿਕਰ ਇਹ ਹੋਇਆ ਕਿ ਇਹ ਮੁਲਾਕਾਤ ਪਟਿਆਲਾ ਦੇ ਮੁੱਦਿਆਂ ਨੂੰ ਲੈ ਕੇ ਸੀ। ਇਸ ਦੇ ਵਿੱਚ ਪਟਿਆਲਾ ਦੇ ਮੇਅਰ ਦੀ ਕੁਰਸੀ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ। ਪ੍ਰਨੀਤ ਕੌਰ ਦੀ ਮੁਲਾਕਾਤ ਹੋਈ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ, ਤੇ ਉਹਨਾਂ ਦੇ ਨਾਲ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਜੀ ਮੌਜੂਦ ਸੀ, ਸਾਡੇ ਨਾਲ ਮੌਜੂਦ ਨੇ। ਮੁਲਾਕਾਤ ਕਰਕੇ ਆਏ ਹੋ ਜੀ, ਕੀ ਗੱਲਬਾਤ ਹੋਈ ਮੁੱਖ ਮੰਤਰੀ ਹੋਰਾਂ ਦੇ ਨਾਲ? ਪਹਿਲੀ ਚੀਜ਼, ਸਿੱਧਾ ਪਹਿਲਾ ਸਵਾਲ ਕਿ ਕਿਹੜੇ ਮੁੱਦੇ ਤੇ ਤੁਸੀਂ ਅੱਜ ਇੱਕ ਜਿਹੜਾ ਡੈਪੂਟੇਸ਼ਨ ਲੈ ਕੇ ਗਏ ਸੀ, ਵਫਦ ਲੈ ਕੇ ਗਏ ਸੀ ਮੁਲਾਕਾਤ ਕਰਨ ਦੇ ਲਈ? ਸਿੱਧਾ ਤੇ ਆਖਰੀ ਜਵਾਬ, ਡੈਰੀ ਪ੍ਰੋਜੈਕਟ ਨੂੰ ਲੈ ਕੇ ਜੋ ਬਾਕੀ ਲੋਕਾਂ ਨੇ ਆਪਣਾ ਪੱਖ ਪੇਸ਼ ਕੀਤਾ ਸੀਗਾ, ਉਸ ਦੇ ਵਾਸਤੇ ਅਸੀਂ ਅੱਜ ਮਹਾਰਾਣੀ ਪ੍ਰਨੀਤ ਕੌਰ, ਸਾਡੇ ਮੈਂਬਰ ਪਾਰਲੀਮੈਂਟ ਦੀ ਅਗਵਾਈ 'ਚ ਸਾਡੇ ਸਾਰੇ ਕੌਂਸਲਰ ਸਾਹਿਬਾਨ, ਸਾਡੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ, ਸਾਡੇ ਹੋਰ ਸਾਰੇ ਲੋਕ, ਸਾਰੇ ਕੌਂਸਲਰ ਸਾਹਿਬਾਨ, ਅਸੀਂ ਆ ਕੇ ਆਪਣਾ ਜਿਹੜਾ ਪੱਖ ਰੱਖਿਆ, ਉਹਨਾਂ ਦੇ ਨਾਲ ਜਿਹੜੀ ਖੁੱਲ੍ਹੀ ਗੱਲਬਾਤ ਕੀਤੀ ਹੈ। ਜਿਹੜੇ ਸੰਸ਼ੇ ਸੀਗੇ ਇਸ ਗੱਲ ਦੇ ਵਿੱਚ, ਉਹਨਾਂ ਦੇ ਵਾਸਤੇ ਅਸੀਂ ਆਪਣਾ ਪੱਖ ਰੱਖਣ ਤੋਂ ਬਾਅਦ ਜਿਹੜੀ ਮਾਨਯੋਗ ਜਿਹੜਾ ਸੀਗਾ ਹਾਈ ਕੋਰਟ ਦੇ ਵਿੱਚ ਵੀ ਉਹ ਲੋਕ ਗਏ ਸੀਗੇ, ਜਿਹੜੇ ਉਹਨਾਂ ਦੇ ਵਿੱਚ ਸੀਗੇ ਕਿ ਸਾਨੂੰ ਉਰੇ ਵੈਟਰਨਰੀ ਹਸਪੀਟਲ ਚਾਹੀਦਾ, ਉਹ ਦੂਜੀ ਸਟੇਜ ਦੇ ਉੱਪਰ ਸੀਗਾ। ਉਹ ਦੱਸਤਾ ਕਿ ਰੋਣੀ ਵਿਖੇ ਸਾਡਾ ਪਹਿਲਾਂ ਹੀ ਜਿਹੜਾ ਹੈਗਾ ਸਾਰੇ ਪ੍ਰਬੰਧ ਹਨ ਤੇ ਉਹਨਾਂ ਪ੍ਰਬੰਧਾਂ ਤੋਂ ਜਿਹੜਾ ਜਾਣੂ ਕਰਾਇਆ ਗਿਆ ਜੀ। ਇਸ ਤੋਂ ਇਲਾਵਾ ਕੋਈ ਸਿਆਸੀ ਗੱਲਬਾਤ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਦੇਖਿਆ ਜਾਂਦਾ ਔਰ ਹੁਣ ਸੱਤਾ ਪਰਿਵਰਤਨ ਹੋ ਚੁੱਕਿਆ, ਤਾਂ ਕੋਈ ਸਿਆਸੀ ਗੱਲਬਾਤ ਹੋਈ? ਇਸ ਤਰ੍ਹਾਂ ਦੇ ਵੀ ਮਾਇਨੇ ਕੱਢੇ ਜਾ ਰਹੇ? ਅਸੀਂ ਤਾਂ ਜੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ, ਲੋਕਾਂ ਦੇ ਕੰਮਾਂ ਵਾਸਤੇ ਆਏ ਆ। ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਜਾਂ ਕੋਈ ਵੀ ਕਾਰਪੋਰੇਸ਼ਨ ਦੇ ਲੋਕ ਹੁੰਦੇ ਆ, ਕੌਂਸਲਰ ਹੁੰਦੇ ਆ, ਮੇਅਰ ਹੁੰਦੇ ਆ, ਇਹਨਾਂ ਦਾ ਜਿਹੜਾ ਮੁੱਖ ਪਾਣੀ, ਸੀਵਰ, ਸੜਕ, ਲਾਈਟਾਂ, ਡੈਰੀ ਸ਼ਿਫਟਿੰਗ, ਇਹੀ ਪ੍ਰੋਜੈਕਟ ਹੁੰਦੇ ਆ ਸਾਡੇ। ਸਾਡੀ ਕੋਈ ਬਹੁਤ ਵੱਡੀ ਕਾਰਪੋਰੇਸ਼ਨ ਦੇ ਵਿੱਚ ਸਿਆਸਤ ਜਿਹੜੀ ਹੈ ਜਿਵੇਂ ਅਸੈਂਬਲੀ ਜਾਂ ਵਿਧਾਨ ਸਭਾ 'ਚ ਹੁੰਦੀ ਹੈ, ਲੋਕ ਸਭਾ 'ਚ ਹੁੰਦੀ ਹੈ, ਇਹੋ ਜਿਹੀ ਪੋਲਿਟਿਕਸ ਨਹੀਂ। ਮੁਲਾਕਾਤ ਕਿਸ ਤਰ੍ਹਾਂ ਦੀ ਰਹੀ ਮੁੱਖ ਮੰਤਰੀ ਦੇ ਨਾਲ? ਬਹੁਤ ਵਧੀਆ ਰਹੀ। ਕਿਤੇ ਇਦਾਂ ਤਾਂ ਨਹੀਂ ਫੀਲ ਹੋਇਆ ਕਿ ਦੂਜੇ ਗਰੁੱਪ ਦਾ ਲੋਕ ਮਿਲਣਾ ਹੈ? ਮੈਂ ਪਹਿਲਾਂ ਹੀ ਗੱਲ ਕੀਤੀ ਆਪ ਜੀ ਨੂੰ ਕਿ ਜਿਹੜੀ ਕਾਰਪੋਰੇਸ਼ਨ ਹੈ ਜਾਂ ਸਾਡੇ ਸਰਪੰਚ ਹੁੰਦੇ ਆ ਜਾਂ ਪੰਚਾਇਤਾਂ ਦੇ ਲੋਕਾਂ ਦੇ ਕੰਮ ਹੁੰਦੇ, ਸਾਡੇ ਦਾ ਪਾਣੀ, ਸੀਵਰ, ਸੜਕ ਜਿਹੜਾ ਉਹਨਾਂ ਨੂੰ ਰੂਟੀਨ ਦੇ ਵਿੱਚ ਚਾਹੀਦਾ, ਉੱਥੇ ਤੱਕ ਦੀ ਸਾਡੀ ਜਿਹੜੀ ਸਿਆਸਤ ਜਾਂ ਪੋਲਿਟਿਕਸ ਅਸੀਂ ਕਹਿ ਸਕਦੇ ਹੁੰਦੀ ਹੈ, ਉਹਨੂੰ ਅਸੀਂ ਪੂਰਾ ਕੀਤਾ। ਆਖਰੀ ਸਵਾਲ, ਕੈਪਟਨ ਅਮਰਿੰਦਰ ਸਿੰਘ ਦੇ ਖਾਸ ਕਰੀਬੀ ਮੰਨੇ ਜਾਂਦੇ ਹੋ, ਕੈਪਟਨ ਅਮਰਿੰਦਰ ਸਿੰਘ ਨਾਲੋਂ ਅੱਜ ਕਿ ਮੁੱਖ ਚਰਨਜੀਤ ਸਿੰਘ ਚੰਨੀ ਹੋਰਾਂ ਨਾਲੋਂ? ਜਿਹੜਾ ਤੁਹਾਡਾ ਸਵਾਲ ਹੈ, ਇਸ ਸਵਾਲ ਦਾ ਜਵਾਬ ਜਾਂ ਤਾਂ ਮਹਾਰਾਜ ਸਾਹਿਬ ਦੇ ਸਕਦੇ ਆ ਜਾਂ ਚੰਨੀ ਸਾਹਿਬ ਦੇ ਸਕਦੇ ਆ। ਕੈਮਰਾਮੈਨ ਲਾਲਤਾ ਪ੍ਰਸਾਦ ਦੇ ਨਾਲ ਰੁਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ। ਤੁਹਾਨੂੰ ਦਿਖਾਣੇ ਅੱਜ ਦੀਆਂ ਦੋ ਦਿਲਚਸਪ ਤਸਵੀਰਾਂ। ਇੱਕ ਪਾਸੇ ਮੁਲਾਕਾਤ ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਤੇ ਇੱਕ ਮੁਲਾਕਾਤ ਸਾਬਕਾ ਸੀਐਮ ਦੀ ਰਿਹਾਇਸ਼ ਦੇ ਉੱਤੇ ਹੋਈ ਹੈ। ਦੋ ਤਸਵੀਰਾਂ ਤੁਹਾਨੂੰ ਦਿਖਾਣੇ ਆ। ਅੱਜ ਦੇ ਦਿਨ ਦੀਆਂ ਸਭ ਤੋਂ ਦਿਲਚਸਪ ਤਸਵੀਰਾਂ ਤੁਸੀਂ ਕਹਿ ਸਕਦੇ ਹੋ। ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਦੇ ਉੱਤੇ ਐਮਪੀ ਪ੍ਰਨੀਤ ਕੌਰ ਪਹੁੰਚੇ ਨੇ। ਪ੍ਰਨੀਤ ਕੌਰ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨੇ
ਸਾਬਕਾ ਸੀਐਮ ਦੀ ਰਿਹਾਇਸ਼ ਦੇ ਉੱਤੇ ਇੱਕ ਮੁਲਾਕਾਤ ਹੁੰਦੀ ਹੈ, ਜਿਸ ਦੇ ਵਿੱਚ ਪਟਿਆਲਾ ਦੇ ਮੇਅਰ ਤੇ ਜਿਹੜੇ ਕਾਉਂਸਲਰਸ ਨੇ ਉਹ ਪਹੁੰਚੇ। ਇਹ ਜਾਣਕਾਰੀ ਮਿਲੀ ਹੈ। ਪਟਿਆਲਾ ਦੇ ਉੱਤੇ ਨਜ਼ਰ ਹੈ ਸਾਫ਼ ਤੌਰ ਦੇ ਉੱਤੇ। ਤਾਂ ਸਿਸਮਾ ਫਾਰਮ ਹਾਊਸ ਦੇ ਉੱਤੇ ਵੀ ਮੀਟਿੰਗਾਂ ਦਾ ਦੌਰ ਜਾਰੀ ਹੈ। ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਵੀ ਸਰਗਰਮ ਨਜ਼ਰ ਆ ਰਹੇ ਨੇ। ਪਟਿਆਲਾ ਦੇ ਮੇਅਰ ਤੇ ਕਾਉਂਸਲਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਨੇ ਗੱਲ ਪੰਜਾਬ ਬੀਜੇਪੀ ਦੀ। 2022 ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਦਾ ਮੰਥਨ ਜਾਰੀ ਹੈ। ਕੌਮੀ ਪ੍ਰਧਾਨ ਜੇਪੀ ਨੱਡਾ ਨੇ ਪੰਜਾਬ ਬੀਜੇਪੀ ਦੇ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਇਸ ਸਮੇਂ ਜਾਰੀ ਹੈ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ। ਪ੍ਰਧਾਨ ਮੰਤਰੀ ਮੋਦੀ ਨੂੰ ਵੀ ਦਿਨ ਦੇ ਸਮੇਂ ਪੰਜਾਬ ਬੀਜੇਪੀ ਦੇ ਆਗੂ ਮਿਲੇ ਸਨ। ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਉਸ ਸਮੇਂ ਕੀਤੀ ਗਈ ਸੀ ਪੰਜਾਬ ਬੀਜੇਪੀ ਦੇ ਆਗੂਆਂ ਦੇ ਵੱਲੋਂ, ਤੇ ਉਸ ਤੋਂ ਬਾਅਦ ਇਹ ਮੁਲਾਕਾਤ ਹੁਣ ਬੀਜੇਪੀ ਦੇ ਕੌਮੀ ਪ੍ਰਧਾਨ ਦੇ ਨਾਲ ਹੋ ਰਹੀ ਹੈ। ਜੇਪੀ ਨੱਡਾ ਦੇ ਨਾਲ ਇਹ ਪੰਜਾਬ ਬੀਜੇਪੀ ਦੇ ਆਗੂਆਂ ਦੀ ਮੁਲਾਕਾਤ ਹੋ ਰਹੀ ਹੈ। ਵੀ ਤੁਹਾਨੂੰ ਦੱਸ ਦਈਏ ਕਿ ਜੋ ਜਾਣਕਾਰੀ ਹੈ, ਸੋਮਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਪੰਜਾਬ ਬੀਜੇਪੀ ਦੇ ਆਗੂ ਕਰਨਗੇ। ਇਸ ਸਮੇਂ ਦੋ ਬਹੁਤ ਅਹਿਮ ਇਸ਼ੂ ਨੇ, ਇਨਫੈਕਟ ਤਿੰਨ ਇਸ਼ੂ ਤੁਸੀਂ ਕਹਿ ਸਕਦੇ ਹੋ। ਇੱਕ ਤਾਂ 2022 ਦੇ ਇਲੈਕਸ਼ਨਸ ਨੇ, ਬੀਜੇਪੀ ਦੀ ਵੀ ਨਜ਼ਰ ਪੰਜਾਬ ਦੇ ਇਲੈਕਸ਼ਨਸ ਦੇ ਉੱਤੇ ਹੈ। ਦੂਜਾ ਕਿਸਾਨੀ ਮੁੱਦਾ ਬਹੁਤ ਵੱਡਾ ਹੈ ਕਿ ਇਲੈਕਸ਼ਨਸ ਦੇ ਵਿੱਚ ਜੇਕਰ ਜਾਣਾ ਹੈ ਤਾਂ ਫਿਰ ਇਹ ਜਿਹੜਾ ਕਿਸਾਨੀ ਮੁੱਦਾ ਉਸਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਣਾ ਹੋਵੇਗਾ। ਤੇ ਇਸ ਦੇ ਨਾਲ ਮੁੱਦਾ ਇੱਕ ਕਰਤਾਰਪੁਰ ਸਾਹਿਬ ਲਾਂਘੇ ਦਾ ਵੀ ਹੈ। ਜਦੋਂ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੋਈ ਹੈ ਪੰਜਾਬ ਬੀਜੇਪੀ ਦੇ ਆਗੂਆਂ ਦੀ, ਤਾਂ ਉਸ ਸਮੇਂ ਕਰਤਾਰਪੁਰ ਲਾਂਘੇ ਨੂੰ ਖੋਲਣ ਦੀ ਵੀ ਮੰਗ ਕੀਤੀ ਗਈ ਹੈ। ਤਾਂ ਮੀਟਿੰਗ ਜਾਰੀ ਹੈ। ਇਸ ਦੇ ਵਿੱਚ ਕੀ ਕੁਝ ਚਰਚਾ ਹੁੰਦੀ ਹੈ, ਹੋਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ। ਰੁਕਨੇ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ।